बेटा मैं मोनिका मेहता साइंस गुड आफ्टरनून मैं मोनिका मेहता साइंस मिस्टर्स अज 10वीं क्लास ਨੂੰ ਕੈਮੀਕਲ ਰਿਐਕਸ਼ਨ ਐਂਡ ਇਕੁਏਸ਼ਨ ਇਹਦੇ ਕੁਐਸਚਨ ਡਿਸਕਸ ਕਰਨ ਲੱਗੇ ਹੈਗੇ। ਸਭ ਤੋਂ ਪਹਿਲਾ ਕੁਐਸਚਨ ਹੈਗਾ ਮੈਗਨੀਸ਼ੀਅਮ ਰਿਬਨ ਨੂੰ ਕਲੀਨ ਕੀਤਾ ਜਾਂਦਾ ਕਿਉਂਕਿ ਮੈਗਨੀਸ਼ੀਅਮ ਰਿਬਨ ਜੋ ਹੈ ਇਹਦੇ ਉੱਤੇ ਆਕਸੀਜਨ ਨਾਲ ਕਿਰਿਆ ਕਰਕੇ ਮੈਗਨੀਸ਼ੀਅਮ ਆਕਸਾਈਡ ਦੀ ਇੱਕ ਲੇਅਰ ਜਮ੍ਹਾਂ ਹੋ ਜਾਂਦੀ ਹੈਗੀ ਹੈ ਤਾਂ ਮੈਟਲ ਨੂੰ ਕੀ ਕਰ ਦੇਗੀ ਪੈਸਿਵ ਕਰ ਦੇਗੀ ਫਰਦਰ ਰਿਐਕਸ਼ਨ ਤੋਂ ਰੋਕਦੀ ਹੈ। ਤਾਂ ਅਸੀਂ ਇਹਨੂੰ ਸੈਂਡ ਪੇਪਰ ਦੇ ਨਾਲ ਰੇਗਮਾਰ ਦੇ ਨਾਲ ਰਗੜ ਕੇ ਆ ਮੈਗਨੀਸ਼ੀਅਮ ਆਕਸਾਈਡ ਦੀ ਜੋ ਪਰਤ ਹੈ ਉਹਨੂੰ ਹਟਾਉਂਦੇ ਹਾਂ ਤਾਂ ਕਿ ਨੀਚੋਂ ਮੈਗਨੀਸ਼ੀਅਮ ਮੈਟਲ ਨਿਕਲਿਆ ਵੇ ਅਤੇ ਉਹਨੂੰ ਅਸੀਂ ਬਰਨ ਕਰਦੇ ਹਾਂ ਵਿਦ ਏਅਰ। ਮੈਗਨੀਸ਼ੀਅਮ ਆਕਸਾਈਡ ਵਾਈਟ ਕਲਰ ਦਾ obtain ਹੋਏਗਾ, ਠੀਕ ਹੈ, ਜੋ ਪਿੱਛੇ ਐਸ਼ ਹੋਏਗੀ ਅਤੇ ਇਹਨੂੰ ਵਾਟਰ 'ਚ ਘੋਲਦੇ ਹਾਂ ਤਾਂ ਇਹ ਤੋਂ ਕੀ ਬਣ ਜਾਂਦਾ ਹੈਗਾ ਮੈਗਨੀਸ਼ੀਅਮ ਹਾਈਡਰੋਕਸਾਈਡ ਬਣ ਜਾਏਗਾ ਜਿਹੜਾ ਕੀ ਹੈ ਬੇਸਿਕ ਹੋਏਗਾ, ਠੀਕ ਆ। ਤਾਂ ਮੈਗਨੀਸ਼ੀਅਮ ਰਿਬਨ ਨੂੰ ਕਿਉਂ ਆਕਸੀਜਨ ਨਾਲ ਕਿਰਿਆ ਕਰਕੇ ਮੈਗਨੀਸ਼ੀਅਮ ਆਕਸਾਈਡ ਦੀ ਲੇਅਰ ਇਹਦੇ ਉੱਤੇ ਉਤਾਰਦੇ ਹੈਗੇ ਆ ਤਾਂ ਕਿ ਨੀਚੋਂ ਮੈਗਨੀਸ਼ੀਅਮ ਮੈਟਲ ਕੀ ਹੈ ਨਿਕਲਿਆ ਵੇ ਅਤੇ ਰਿਐਕਸ਼ਨ ਹੋ ਸਕੇ। ਅੱਧੋ ਵੱਧ ਕੈਮੀਕਲ ਰਿਐਕਸ਼ਨ ਲਿਖਣੀ ਹੈ, ਇਹਨਾਂ 'ਚੋਂ ਇੱਕ ਕਰਕੇ ਦਿਖਾ ਦਿੰਦੇ ਹਾਂ। ਜਿਵੇਂ ਸੋਡੀਅਮ ਅਤੇ ਵਾਟਰ ਹੈ, ਠੀਕ ਹੈ, ਰਿਐਕਟ ਕਰਕੇ क्या बनता है सोडियम हाइड्रोक्साइड एंड हाइड्रोजन गैस विल बी लिबरेटेड। इधर दो तीन हाइड्रोजन हो गए, इधर इत्थे अगर दो लगा लिए, ठीक है, 4 हाइड्रोजन हो गए, इधर मुरे भी 2 लगा दो, 4 हाइड्रोजन 2 ऑक्सीजन इधर तो इधर मुरे 2 लगा सकते हैं। इदा तुसी कैमिकल इक्वेशन लिख के नाल उन्होंने बैलेंस भी करना है। सेम क्वेश्चन ये है इन्हों चों भी असी एक कर लें है जिमें बेरियम क्लोराइड ਤੇ ਸੋਡੀਅਮ ਸਲਫੇਟ ਦੀ ਰਿਐਕਸ਼ਨ ਹੈਗੀ ਹੈ, ਸੋਡੀਅਮ ਸਲਫੇਟ ਦੀ, ਤਾਂ ਤੋਂ ਕੀ ਬਣ ਜੂਗਾ ਬੇਰੀਅਮ ਸਲਫੇਟ ਦੇ ਪ੍ਰੈਸੀਪੀਟੇਟ ਅਤੇ 2 ਸੋਡੀਅਮ ਕਲੋਰਾਈਡ। ਉਸ ਤੋਂ ਬਾਅਦ ਦੇਖ ਲਓ 2 ਸੋਡੀਅਮ ਇੱਧਰ ਇੱਧਰ 2 ਕਲੋਰੀਨ ਇੱਧਰ ਬੈਲੈਂਸ ਹੋ ਗਈ। ਔਰ ਇਸ ਰਿਐਕਸ਼ਨ ਨੂੰ ਅਸੀਂ ਕੀ ਕਹਿੰਦੇ ਹਾਂ ਡਬਲ ਡਿਸਪਲੇਸਮੈਂਟ ਰਿਐਕਸ਼ਨ ਨਾਲ ਟਾਈਪ ਆਫ ਰਿਐਕਸ਼ਨ ਵੀ ਕਰ ਲਓ। ਸਕੈਲਟਨ ਲਿਖੋ, ਠੀਕ ਹੈ। ਈਵਨ ਯੂ ਕੈਨ ਰਾਈਟ ਇਨ ਦੀ ਬ੍ਰੈਕਟ ਕਿ ਔਕਿਸ ਸੋਲਿਊਸ਼ਨ ਲਿਆ ਸਟੇਟ ਵੀ ਲਿਖ ਸਕਦੇ ਹੋ ਇਹਦੇ ਵਿੱਚ ਔਕਿਸ ਸੋਲਿਊਸ਼ਨ, ਠੀਕ ਹੈ। ਮੀਡੀਅਮ ਕਿਹੜਾ ਹੈਗਾ ਔਕਿਸ ਸੋਲਿਡ, ਇੱਦਾਂ ਕਰਕੇ ਜਿਵੇਂ ਇਹਨਾਂ ਨੇ ਸਕੈਲਟਨ ਲਿਖਿਆ ਹੈਗਾ। ਦੈਨ ਅਗਲਾ ਕੁਐਸਚਨ ਹੈਗਾ 4th, ਇਹ ਸਬਸਟਾਂਸ ਵਾਈਟ ਵਾਸ਼ ਲਈ ਅਸੀਂ ਕਿਊਕ ਲਾਈਮ ਲੈਂਦੇ ਹਾਂ, ਕੈਲਸ਼ੀਅਮ ਹਾਈਡਰੋਕਸਾਈਡ ਇਹਨੂੰ ਵਾਟਰ 'ਚ ਘੋਲਦੇ ਹਾਂ ਤਾਂ ਲਾਈਮ ਵਾਟਰ ਸਾਕ ਲਾਈਮ ਬਣ ਜਾਂਦਾ ਹੈਗਾ। ਇਹਨੂੰ ਅਪਲਾਈ ਕਰਦੇ ਹਾਂ ਅਸੀਂ ਦੀਵਾਰਾਂ 'ਤੇ ਤਾਂ ਇਨਵਾਇਰਮੈਂਟਲ ਕਾਰਬਨ ਡਾਈਆਕਸਾਈਡ ਨਾਲ ਰਿਐਕਟ ਕਰਕੇ ਕੈਲਸ਼ੀਅਮ ਕਾਰਬੋਨੇਟ ਡਿਪੋਜ਼ਿਟ ਹੋ ਜਾਂਦਾ ਮਾਰਬਲ, ਤਾਂ ਕਰਕੇ ਸਾਡੀਆਂ ਦੀਵਾਰਾਂ ਕੀ ਹੈ ਸ਼ਾਈਨ ਕਰਨਗੀਆਂ। ਐਕਸ ਕੰਪਾਊਂਡ ਕੀ ਹੈਗਾ, ਐਕਸ ਕੰਪਾਊਂਡ ਇਜ਼ ਯੂਜ਼ਡ ਫॉर ਦੀ ਵਾਈਟ ਵਾਸ਼, ਇਹਨੂੰ ਕੀ ਕਹਿੰਦੇ ਆ ਕੈਲਸ਼ੀਅਮ ਹਾਈਡਰੋਕਸਾਈਡ, ਇਹਨੂੰ ਸਾਲਟ ਲਾਈਮ ਵੀ ਕਹਿੰਦੇ ਹੈਗੇ ਆ ਔਰ ਵਾਈਟ ਵਾਸ਼ ਲਈ ਇਹ ਯੂਜ਼ ਕੀਤਾ ਜਾਂਦਾ। ਵਾਈ ਇਜ਼ ਦੀ ਅਮਾਊਂਟ ਆਫ ਦੀ ਗੈਸ ਕਲੈਕਟਡ ਇਨ ਦੀ ਐਕਟੀਵਿਟੀ ਇਨ ਦੀ ਟੈਸਟ ਟਿਊਬ ਐਕਟੀਵਿਟੀ ਡਬਲ ਆਫ ਦੀ ਅਮਾਊਂਟ ਕਲੈਕਟਡ ਨੇਮ ਦੀ ਗੈਸ, ਠੀਕ ਆ। ਵਾਟਰ ਦੀ ਡਿਸੋਸੀਏਸ਼ਨ ਦਿਖਾਈ ਹੈ ਕਿਉਂਕਿ ਫਾਰਮੂਲੇ 'ਚ ਹੀ ਡਬਲ ਹੈਗੀ ਹੈ। ਜਦੋਂ ਇਹਦੀ ਅਸੀਂ ਇਲੈਕਟ੍ਰੀਕਲ ਕਰੰਟ ਪਾਸ ਕਰਦੇ ਹੈਗੇ ਆ ਤਾਂ ਸਾਨੂੰ ਹਾਈਡਰੋਜਨ ਅਤੇ ਆਕਸੀਜਨ ਅਬਟੇਨ ਹੋਏਗੀ 2:1 ਬਾਏ ਦੀ ਵੋਲੀਊਮ। ਯੂ ਕੈਨ ਸੇ ਵੇਟ ਦੇ ਹਿਸਾਬ ਦੇ ਨਾਲ 4 ਅਤੇ 16, ਠੀਕ ਹੈ, 2 ਅਤੇ 16 1:8 ਬਾਏ ਮਾਸ ਦੇ ਅਕੋਰਡਿੰਗ। ਅਗਰ ਵੋਲੀਊਮ ਦੇ ਅਕੋਰਡਿੰਗ ਦੇਖੀਏ ਤਾਂ 2:1 ਰੇਸ਼ੋ ਅਬਟੇਨ ਹੋਏਗੀ। ਹਾਈਡਰੋਜਨ ਗੈਸ ਵਿਲ ਬੀ ਲਿਬਰੇਟਡ ਐਟ ਕੈਥੋਡ, ਉਹਦੀ ਅਮਾਊਂਟ ਕੀ ਹੋਏਗੀ ਡਬਲ ਹੋਏਗੀ। ਐਨੋਡ 'ਤੇ ਆਕਸੀਜਨ ਗੈਸ ਲਿਬਰੇਟ ਹੋਏਗੀ। ਦਿਸ ਇਜ਼ टाइप ऑफ इलैक्ट्रोकैमिकल रिएक्शन, ठीक है, इलैक्ट्रोलिसिस ऑफ वाटर। दैन हैगी डिसप्लेसमेंट रिएक्शन। आयरन एक वैसल दे विच कॉपर सल्फेट दे विच असीं की पाया है आयरन। मोर एक्टिव मैटल विल डिसप्लेस दी लैस रिएक्टिव मैटल। आयरन की करेगा कॉपर नू डिसप्लेस कर देगा। ये असीं एक्टिविटी सीरीज़ के अकॉर्डिंग याद किया होया। सेम सिल्वर क्लोराइड ते सोडियम नाइट्रेट, ठीक है। तो सोडियम नाइट्रेट जो है बन जाएगा, ये भी की होगी डबल डिसप्लेसमेंट रिएक्शन हो जाएगी, ठीक है। उस तो बाद है कंबीनेशन रिएक्शनस। आइडेंटिफाई दी सबसटांस इन दी फॉलोइंग रिएक्शन।
क्या बनया सोडियम ऑक्साइड और एक कंबीनेशन टाइप की रिएक्शन हैगी है। और सैकेंड जो है इन्हें ऑक्सीजन दिती है ना, इन्हें की होगी रिडक्शन तो जे दी रिडक्शन होंगी वो किहड़ा एजेंट होएगा, ऑक्सीडाइजिंग एजेंट का काम करेगा। ठीक है, तो कॉपर ऑक्साइड किहड़ा एजेंट है, ऑक्सीडाइजिंग एजेंट। इसकी खुद की की हो रही है, रिडक्शन हो रही है। हाइड्रोजन की की हो रही है, ऑक्सीडेशन हो रही है। तो यह एजेंट किहड़ा होएगा, रिड्यूसिंग एजेंट। और इस रिएक्शन नूं असीं की कहने आ, रिडॉक्स टाइप की रिएक्शन, ऑक्सीडेशन एंड रिडक्शन टेक्स प्लेस। दैन एक्सरसाइज 2 सेम। ठीक है, यदि कार्बन की हो रही है ऑक्सीडेशन और लैड ऑक्साइड जिहड़ा हैगा उहदी की हो रही है, रिडक्शन हो रही है। यदि की हो रही है, रिडक्शन हो रही है। तो जो आंसर सही लगता है, कार्बन इज ऑक्सीडाइज टू, आवली सही हैगी है। ठीक है, लैड ऑक्साइड इत्थे आना चाहिए सी, लैड ऑक्साइड, लैड इज गैटिंग रिड्यूस। एक्चुअली लैड ऑक्साइड जिहड़ा हैगा इहदी खुद की कर रहे हैं, ऑक्सीडाइजिंग एजेंट। और लैड ऑक्साइड की हो रही है रिडक्शन। ठीक है, तो ये डी एंड सी आंसर सही होने चाहिए है। ये क्वेश्चन का आंसर ही गलत जा आई विल डिस्कस विद द टीचर्स, मैनू तो यह गलत ही लग रहा है जो कंसैप्ट के अकॉर्डिंग। अलमीनीयम इज़ मोर एक्टिव दैन आयरन अकॉर्डिंग टू एक्टिविटी सीरीज़, तो इनू डिसप्लेस कर देगा। एक ही हो जाएगी डिसप्लेसमेंट टाइप रिएक्शनस हो जाएगी। फिर आयरन, ठीक है, थोड़ी जी रिएक्शनस हैगियां लैसन च, उन्होंने याद कर लो। आयरन क्लोराइड बन जाएगा और हाइड्रोजन गैस लिबरेट। फिर इतने अगे 2 लगा लो, तो ये बैलेंस करके ये नीचे स्टेट लिख दो, ये ऑक्सिस सोल्यूशन च होएगा जो सॉलिड है की है, गैस के तौर पर लिबरेट होएगी। इदा करके तुसी सारे क्वेश्चन कर सकते हो। राइट द बैलेंस केमिकल इक्वेशन वाई बैलेंस, क्योंकि लॉ ऑफ कंजरवेशन ऑफ मास के अकॉर्डिंग मैटर नू ना क्रिएट कर सकते हैं ना डिस्ट्रॉय कर सकते हैं। दैट्स वाई असी रिएक्टेंट के प्रोडक्ट्स नू की करते हैं, बैलेंस करते हैं। उस तो बाद इन्हों चो कोई भी करैक्शन देख लो, जिमें इधर भी 3 बेरियम हो गए। ठीक है, दोनों लैफ्ट एंड राइट साइड दोनों साइडों पर 3 बेरियम लगाए हुए हैं। बस इन्हों इतों चंगी तरह ये डबल डिसप्लेसमेंट टाइप रिएक्शनस हैगी आ। तो बेरियम इधर भी 3 है, इधर भी 3 है, 2 अलमीनीयम इधर है, सल्फेट 3 इधर है। ठीक है, 3 इधर आ मूरे, जिमें है ना क्लोरीन 3 अगे लगे है, इदा ही तो ये मल्टीप्लाई हो जाते हैं। इधर 6 क्लोरीन है, तो टोटल दिस इज़ द बैलेंस इक्वेशन, जिमें लैफ्ट राइट साइड के दोनों। हाँ, सारिया थोड़िया रिएक्शनस दित्तियां, बैलेंस करनिया, काउंटिंग हिट एंड ट्रायल मैथड के नाल करनिया हैगियां। उस तो बाद फिर लाइम वाटर वाली, ठीक है, विद कार्बन डाइऑक्साइड की बन जाएगा कैल्शियम कार्बोनेट, मार्बल बन जाएगा, वाइट सॉलिड जो है असी वाइट वॉश कराते हैं। अभी जिंक इज़ मोर रिएक्टिव दैन सिल्वर, तो जिंक की है डिसप्लेस कर देगा सिल्वर नू। ठीक है, इस तरह अलमीनीयम कॉपर नू डिसप्लेस कर देगा। तो आ की है डबल डिसप्लेसमेंट रिएक्शन हैगी आ। कोई भी रिएक्शन करनी होवे इदा होंदी है, बेसिक कंसैप्ट जो है इदा प्लस माइनस, इनू ये जोड़ दो, इनू ये जोड़ के लिख दो कि टाइम के नाल हमेशा की लगता है, एनाइन लगता है। दैन ये की है थर्मल हीटिंग के नाल, थर्मल डिकम्पोजिशन रिएक्शन है। ठीक है, ऑन हीटिंग असी की है कैल्शियम कार्बोनेट या जिंक कार्बोनेट विल डिकम्पोज इनटू जिंक ऑक्साइड एंड कार्बन डाइऑक्साइड। एक कंबीनेशन रिएक्शन है, हाइड्रोजन ते क्लोरीन फॉर्म HCl, बैलेंस भी की हुई है टाइप ऑफ रिएक्शन। दैन मैग्नीशियम इज़ मोर रिएक्टिव दैन मोर एक्टिव मोर, ठीक है, रिएक्टिव है, तो ये डिसप्लेस कर देगा, ये डिसप्लेसमेंट टाइप की रिएक्शन है। अब तो बाद एक्सोथर्मिक रिएक्शन जिस एनर्जी रिलीज़ होवे। ठीक है, लाइक असी जो भी फूड है वो ग्लूकोज कन्वर्ट होंदा ऑक्सीजन के नाल, कार्बन डाइऑक्साइड प्लस वाटर प्लस एनर्जी विल बी फॉर्मड। तो ये जो इधर प्लस है उधर माइनस, दिस इज़ दी रेस्पिरेशन। ठीक है, बर्निंग ऑफ कोक मीथेन, इन्होंने सारिया की बर्निंग जी हैगी आ, ये सारिया की हो जाएगियाँ, प्रोडक्ट्स की बननगियाँ, कार्बन डाइऑक्साइड वाटर एंड एनर्जी विल बी फॉर्मड।
ਤਾਂ ਰੈਸਪੀਰੇਸ਼ਨ ਇਹ ਸਾਰੀਆਂ ਐਕਜ਼ੋਥਰਮਿਕ ਰਿਐਕਸ਼ਨ ਹੋਣਗੀਆਂ। ਐਂਡੋਥਰਮਿਕ ਰਿਐਕਸ਼ਨ ਲਾਈਕ photosynthesis is always reversible to the photosynthesis ਤੇ respiration ਜੋ ਹੈ ਰਿਵਰਸੀਬਲ ਰਿਐਕਸ਼ਨ ਹੈ। ਇਹ ਐਕਜ਼ੋਥਰਮਿਕ ਹੈ, ਇਹ ਐਂਡੋਥਰਮਿਕ ਹੈਗੀ ਹੈ, ਐਂਡੋਥਰਮਿਕ ਰਿਐਕਸ਼ਨ ਹੈਗੀ ਹੈ। ਤਾਂ ਇਹਦੇ ਵਿੱਚ ਜਾਂ ਕੋਕ ਵਿਦ ਸਟੀਮ ਇਸ ਹੀਟ ਕਿਆ ਹੈ ਅਬਜ਼ੋਰਬ ਹੋਏਗੀ। ਆ ਰੈਸਪੀਰੇਸ਼ਨ ਦੀ ਰਿਐਕਸ਼ਨ ਦਿਖਾਈ ਹੈਗੀ ਹੈ, ਤੁਸੀਂ ਦੇਖ ਸਕਦੇ ਹੋ એનર્ਜੀ ਰਿਲੀਜ਼ ਹੋ ਰਹੀ ਹੈ, ਤਾਂ ਇਹਨੂੰ ਕੀ ਕਹਿੰਦੇ ਆ ਐਕਜ਼ੋਥਰਮਿਕ ਰਿਐਕਸ਼ਨ ਕਵਾਂਗੇ। ਵਾਈ ਦੀ ਡੀਕੰਪੋਜੀਸ਼ਨ ਰਿਐਕਸ਼ਨ ਆਰ ਆਪੋਜ਼ਿਟ ਟੂ, ਠੀਕ ਹੈ, ਕਿਉਂ ਕਹਿ ਰਹੇ ਹਾਂ ਅਸੀਂ ਡੀਕੰਪੋਜੀਸ਼ਨ ਰਿਐਕਸ਼ਨ ਆਪੋਜ਼ਿਟ ਟੂ ਦੀ ਕੰਬੀਨੇਸ਼ਨ ਰਿਐਕਸ਼ਨ। ਬੋਥ ਆਰ ਦੀ ਰਿਵਰਸੀਬਲ। ਕਿਹੜੇ ਕੁਐਸਚਨ ਤੇ ਸੀ ਅਸੀਂ ਆਹ ਸਾਰਾ ਡਿਸਪਲੇਸਮੈਂਟ ਰਿਐਕਸ਼ਨ ਹਾਂ ਇਹ ਵਾਲਾ ਕੁਐਸਚਨ। ਡੀਕੰਪੋਜੀਸ਼ਨ ਤੇ ਕੰਬੀਨੇਸ਼ਨ ਰਿਐਕਸ਼ਨ ਇੱਕ ਦੂਜੇ ਦੇ ਰਿਵਰਸੀਬਲ ਕਿਉਂ ਹੈ? ਕੰਬੀਨੇਸ਼ਨ 'ਚ ਦੇਖੋ ਕੰਬਾਈਨ ਕਰ ਰਹੇ ਹੈਗੇ ਆ, ਦੋ ਐਲੀਮੈਂਟਸ ਕੰਬਾਈਨ ਕਰਕੇ ਨਿਊ ਮੋਲੀਕਿਊਲ ਬਣਾ ਰਹੇ ਆ। ਇਸ ਇੱਕ ਮੋਲੀਕਿਊਲ ਜਾਂ ਉਹ ਕੀ ਹੈ ਡੀਕੰਪੋਜ਼ ਹੋ ਰਿਹਾ ਇਨਟੂ ਸਮਾਲ ਮੋਲੀਕਿਊਲਸ, ਠੀਕ ਹੈ। ਤਾਂ ਦੀਜ਼ ਆਰ ਦੀ ਰਿਵਰਸੀਬਲ, ਕੈਨ ਬੀ ਰਿਵਰਸੀਬਲ। ਤਾਂ ਕੰਬੀਨੇਸ਼ਨ 'ਚ ਜੁੜ ਰਹੇ ਆ ਅਤੇ ਡੀਕੰਪੋਜੀਸ਼ਨ 'ਚ ਟੁੱਟ ਰਹੇ ਆ। ਹੁਣ ਤੁਸੀਂ ਇੱਕ ਰਿਐਕਸ਼ਨ ਲਿਖਣੀ ਹੈਗੀ ਆ ਥਰਮਲ ਨਾਲ, ਲਾਈਟ ਨਾਲ, ਇਲੈਕਟ੍ਰੀਸਿਟੀ ਪਾਸ ਕਰਨ ਦੇ ਨਾਲ। ਇਹ ਵਾਟਰ ਦੀ ਇਲੈਕਟ੍ਰੋਲਿਸਿਸ ਹੋ ਗਈ, ਕੈਲਸ਼ੀਅਮ ਕਾਰਬੋਨੇਟ ਨੂੰ ਅਸੀਂ ਹੀਟ ਕਰਦੇ ਹਾਂ ਤਾਂ ਇਹ ਬਣਦੇ ਹੈਗੇ ਆ। ਔਰ ਸਿਲਵਰ ਕਲੋਰਾਈਡ ਨੂੰ ਅਸੀਂ ਇੱਕ ਪੈਟਰੀ ਡਿਸ਼ 'ਚ ਰੱਖਦੇ ਹੈਗੇ ਆ, ਸਨਲਾਈਟ ਅਬਜ਼ੋਰਬ ਕਰਕੇ ਕਲੋਰੀਨ ਵਿਲ, ਠੀਕ ਹੈ, ਗੈਸ ਦੀ ਫੋਰਮ 'ਚ ਕਨਵਰਟ ਹੋ ਜੂਗੀ। ਪਿੱਛੇ ਗ੍ਰੇ ਕਲਰ ਦਾ ਸਿਲਵਰ ਬਚ ਜਾਂਦਾ ਫਰੋਮ ਦੀ ਸਨਲਾਈਟ। ਤਾਂ ਇਹ ਲਾਈਟ ਦੇ ਨਾਲ ਇੱਕ ਫੋਟੋਕੈਮੀਕਲ ਰਿਐਕਸ਼ਨ ਹੈਗੀ ਹੈ। ਦੈਨ ਵਟ ਇਜ਼ ਦੀ ਡਿਫਰੈਂਸ ਬਿਟਵੀਨ ਡਿਸਪਲੇਸਮੈਂਟ। ਡਿਸਪਲੇਸਮੈਂਟ ਆਇਰਨ ਕੀ ਹੈ ਕਾਪਰ ਤੋਂ ਮੋਰ ਰਿਐਕਟਿਵ ਹੈਗਾ। ਰਿਐਕਟਿਵਿਟੀ ਸੀਰੀਜ਼ ਯਾਦ ਕਰਨੀ ਹੈ ਨਿਮੋਨਿਕਸ ਟੈਕਨੀਕ ਨਾਲ। ਪਲੀਜ਼ ਸਟੋਪ ਕਾਲਿੰਗ ਮੀ ਏ ਕਿਊਟ ਗੋਟ, ਆਈ ਵਿਲ ਲਾਈਕ ਟੂ ਯੂਜ਼ ਸੇ ਸਮਾਰਟ, ਇੱਦਾਂ ਕਰਕੇ ਜੋ ਵੀ ਤੁਹਾਨੂੰ ਦਿੱਤੀ ਹੋਈ ਹੈ ਨਿਮੋਨਿਕਸ ਟੈਕਨੀਕ ਦੇ ਨਾਲ। ਤਾਂ ਇਹ ਕੀ ਹੈ ਡਿਸਪਲੇਸਮੈਂਟ ਰਿਐਕਸ਼ਨ ਹੈ। ਆਇਰਨ ਵਿਲ ਡਿਸਪਲੇਸ ਦੀ ਕਾਪਰ ਫਰੋਮ ਇਟਸ aqueous ਸੋਲਿਊਸ਼ਨ। ਸਿਮਿਲਰਲੀ ਦੋਨੋਂ ਮੈਟਲਸ ਇੱਕ ਦੂਜੇ ਨੂੰ ਡਿਸਪਲੇਸ ਕਰ ਰਹੀਆਂ, ਸਿਲਵਰ ਅਤੇ ਸੋਡੀਅਮ ਡਿਸਪਲੇਸਿੰਗ ਈਚ ਅਦਰ। ਦੀ ਜਗ੍ਹਾ 'ਤੇ ਇਹ ਲੱਗ ਜਾਏਗਾ ਅਤੇ ਸਿਲਵਰ ਦੀ ਜਗ੍ਹਾ 'ਤੇ ਸੋਡੀਅਮ, ਡਬਲ ਡਿਸਪਲੇਸਮੈਂਟ ਰਿਐਕਸ਼ਨ ਕਹਿੰਦੇ ਹੈਗੇ ਆ। ਇਨ ਦੀ ਰਿਫਾਈਨਿੰਗ ਆਫ ਸਿਲਵਰ ਅਸੀਂ ਓਬਟੇਨ ਕਰਨਾ ਹੈਗਾ ਸਿਲਵਰ ਨਾਈਟ੍ਰੇਟ ਦੇ ਕੋਲ ਤੋਂ। ਅਸੀਂ ਜ਼ਿਆਦਾ ਰਿਐਕਟਿਵ ਮੈਟਲ ਪਾਉਂਦੇ ਹੈਗੇ ਆ। ਕਾਪਰ ਇਜ਼ ਮੋਰ ਰਿਐਕਟਿਵ ਦੈਨ ਸਿਲਵਰ, ਇਟ ਵਿਲ ਡਿਸਪਲੇਸ ਦੀ ਕਾਪਰ ਫਰੋਮ ਇਟਸ ਸਿਲਵਰ ਫਰੋਮ ਇਟਸ ਸੋਲਿਊਸ਼ਨ। ਤਾਂ ਅਸੀਂ ਇਹਦੇ ਸੋਲਿਊਸ਼ਨ 'ਚੋਂ ਸਿਲਵਰ ਨੂੰ ਸੈਪਰੇਟ ਕਰ ਸਕਦੇ ਹਾਂ। ਵਟ ਇਜ਼ ਦੀ ਪ੍ਰੈਸੀਪੀਟੇਸ਼ਨ ਰਿਐਕਸ਼ਨ ਇਨ ਵਿਚ ਦੀ ਇਨਸੋਲੂਬਲ ਸੋਲਿਡ ਆਰ ਫੋਰਮ। ਆ ਪ੍ਰੈਸੀਪੀਟੇਟ ਬੇਰੀਅਮ ਸਲਫੇਟ ਦੇ ਤੁਹਾਨੂੰ ਵਾਈਟ ਕਲਰ ਦੇ ਦੋਨੋਂ ਮੈਟਲ ਇੱਕ ਦੂਜੇ ਨੂੰ ਡਿਸਪਲੇਸ ਕਰ ਰਹੀ ਆ ਅਕੋਰਡਿੰਗ ਟੂ ਇਹਦੀ ਪੋਜ਼ੀਟਿਵ ਨੈਗੇਟਿਵ ਦੇ ਅਕੋਰਡਿੰਗ ਅਸੀਂ ਸੋਲਟ ਬਣਾ ਲਿਆ, ਠੀਕ ਹੈ। ਤਾਂ ਬੋਥ ਆਇਨਸ ਅਤੇ ਵਿੱਚ ਬੇਰੀਅਮ ਸਲਫੇਟ ਦੇ ਵਾਈਟ ਪ੍ਰੈਸੀਪੀਟੇਟਸ ਆਉਣਗੇ। ਤਾਂ ਡਬਲ ਡਿਸਪਲੇਸਮੈਂਟ ਰਿਐਕਸ਼ਨ ਇਜ਼ ਆਲਸੋ ਨੋਨ ਐਜ਼ ਪ੍ਰੈਸੀਪੀਟੇਸ਼ਨ ਰਿਐਕਸ਼ਨ। ਦੈਨ ਆਕਸੀਡੇਸ਼ਨ ਰਿਐਕਸ਼ਨ। ਆਕਸੀਡੇਸ਼ਨ 'ਚ ਕੀ ਹੁੰਦਾ ਕਾਰਬਨ ਆਕਸੀਜਨ, ਗੇਨ ਆਫ ਆਕਸੀਜਨ। ਇੱਥੇ ਆਕਸੀਜਨ ਕੀ ਹੈ ਗੇਨ ਹੋ ਰਿਹਾ, ਤਾਂ ਕਰਕੇ ਇਹਨੂੰ ਆਕਸੀਡੇਸ਼ਨ ਕਹਿੰਦੇ ਹੈਗੇ। ਜਿਵੇਂ ਗਲੂਕੋਜ਼ ਹੈ ਇਹ ਰੈਸਪੀਰੇਸ਼ਨ ਰਿਐਕਸ਼ਨ ਹੈਗੀ ਹੈ, ਦਿਸ ਇਜ਼ ਆਲਸੋ ਇਹ ਆਕਸੀਡੇਸ਼ਨ ਰਿਐਕਸ਼ਨ। ਰਿਡਕਸ਼ਨ 'ਚ ਐਡੀਸ਼ਨ ਆਫ ਹਾਈਡਰੋਜਨ, ਠੀਕ ਹੈ, ਜਿਵੇਂ ਇੱਥੇ ਆਕਸੀਜਨ ਰਿਮੂਵ ਹੋ ਰਹੀ ਹੈ, ਐਡੀਸ਼ਨ ਆਫ ਹਾਈਡਰੋਜਨ ਔਰ ਰਿਮੂਵਲ ਆਫ ਆਕਸੀਜਨ, ਇਹਨੂੰ ਕੀ ਕਹਾਂਗੇ ਰਿਡਕਸ਼ਨ ਰਿਐਕਸ਼ਨ ਕਹਿੰਦੇ ਆ। ਔਰ ਕੰਬਾਈਨ ਕਰਕੇ ਦੋਨਾਂ ਨੂੰ ਅਸੀਂ ਕੀ ਬੋਲਾਂਗੇ ਰਿਡੋਕਸ ਰਿਐਕਸ਼ਨ। ਤਾਂ ਇਸ ਰਿਐਕਸ਼ਨ 'ਚ ਤੁਸੀਂ ਦੇਖ ਸਕਦੇ ਹੋ ਕਾਪਰ ਆਕਸਾਈਡ ਦੀ ਕੀ ਹੋ ਰਹੀ ਹੈ ਰਿਡਕਸ਼ਨ ਹੋ ਰਹੀ ਹੈ, ਔਰ ਹਾਈਡਰੋਜਨ ਦੀ ਕੀ ਹੋ ਰਹੀ ਹੈ ਆਕਸੀਡੇਸ਼ਨ ਹੋ ਰਹੀ ਹੈ। ਜਿਹਦੀ ਰਿਡਕਸ਼ਨ ਹੁੰਦੀ ਹੈ ਉਹ ਕੀ ਹੋਏਗਾ ਆਕਸੀਡਾਈਜ਼ਿੰਗ ਏਜੰਟ, ਔਰ ਜਿਹਦੀ ਆਕਸੀਡੇਸ਼ਨ ਹੁੰਦੀ ਆ ਉਹ ਕੀ ਹੋਏਗਾ ਰਿਡਿਊਸਿੰਗ ਏਜੰਟ। ਅਗੇਨ ਆਈ ਰੀਚ ਸਮਵੇਅਰ ਐਲਸ, ਠੀਕ ਹੈ। ਸਾਰੀ ਫਾਈਲ ਇਕੱਠੀ ਸੀਗੀ, ਥੋੜ੍ਹਾ ਹਿੱਲ ਗਿਆ ਮੇਰੇ ਤੋਂ, ਹੱਥ ਲੱਗ ਗਿਆ। ਤਾਂ ਵੀ ਵਿਲ ਕਮ ਅਗੇਨ ਕਿਹੜੇ ਕੁਐਸਚਨ 'ਤੇ ਸੀਗੇ ਵੀ ਵਿਲ ਸੀ। ਬੜਾ ਸੌਖਾ ਲੈਸਨ ਹੈ, ਇੱਕ ਵਾਰੀ ਲਿਖ ਕੇ ਕੰਬੀਨੇਸ਼ਨ ਡਿਸਪਲੇਸਮੈਂਟ ਡਬਲ ਡਿਸਪਲੇਸਮੈਂਟ ਰਿਐਕਸ਼ਨਸ, ਠੀਕ ਹੈ। ਐਜੂਕੇਅਰ ਐਪ ਤੋਂ PDF ਡਾਊਨਲੋਡ ਕੀਤੀ ਹੈਗੀ ਹੈ ਮੈਂ, ਤਾਂ ਉਹ ਹੈਗਾ ਕੋਈ ਇੱਦਾਂ ਦਾ ਤਾਂ ਹੈ ਨਹੀਂ ਵੀ
ज़्यादा मटीरियल। ठीक है, नाउ कम टू दी रेस्पिरेशन हो गया, ये डिकम्पोजिशन सारिया हो चुकिया है सारा कुछ। ठीक है, हाँ हैगा कॉपर ਦੇ ਵੈਸਲਸ ਨੂੰ ਅਸੀਂ 에ਅਰ 'ਚ ਰੱਖਦੇ ਹਾਂ, ਬਲੈਕ ਕਲਰ ਦੇ ਹੋ ਜਾਂਦੇ ਆ ਤਾਂ ਆਕਸੀਡੇਸ਼ਨ ਰਿਐਕਸ਼ਨ ਕਹਿੰਦੇ ਹੈਗੇ ਆ। ਆਇਰਨ ਆਰਟੀਕਲਸ ਨੂੰ ਗੈਲਵੇਨਾਈਜੇਸ਼ਨ ਕਰਦੇ ਆ, ਕਿਉਂਕਿ ਆਇਰਨ ਜਿਹੜਾ ਹੈਗਾ ਆਕਸੀਜਨ ਪਲੱਸ ਵਾਟਰ ਦੇ ਨਾਲ ਰਿਐਕਟ ਕਰਕੇ ਆਇਰਨ ਦੇ ਉੱਤੇ ਪੇਂਟ ਆਕਸਾਈਡ ਦੀ ਐਕਸ ਮੋਲੀਕੂਲ ਆਫ ਵਾਟਰ, ਇਹਨੂੰ ਰਸਟ ਕਵਾਂਗੇ, ਕਰੋਜ਼ਨ ਹੋ ਜਾਏਗੀ ਆਇਰਨ ਦੀ। ਆਇਰਨ ਦੀ ਕਰੋਜ਼ਨ ਦੇ ਕਰਕੇ ਇਹਦੀ ਸਟਰੈਂਥ ਘਟ ਜਾਂਦੀ ਹੈਗੀ ਆ, ਸਟਰੈਂਥ ਘਟੇਗੀ ਤਾਂ ਉਹਦੇ ਨਾਲ ਇਹਦੀ ਟੈਂਸਾਈਲ ਸਟਰੈਂਥ ਸ਼ਾਈਨਿੰਗ ਘਟ ਜਾਂਦਾ ਹੈਗਾ। ਚਿਪਸ ਵਗੈਰਾ ਇਹ ਉਹਦੇ ਵਿੱਚ ਕਿਆ ਹੁੰਦਾ, ਫੈਟਸ ਵਗੈਰਾ ਹੁੰਦੇ ਆ, ਫੈਟ ਦੀ ਆਕਸੀਡੇਸ਼ਨ ਹੋ ਕੇ ਫੈਟੀ ਐਸਿਡ ਅਤੇ ਗਲਿਸਰੀਨ ਗਲਿਸਰੋਲ ਬਣਦਾ ਹੈਗਾ। ਗਲਿਸਰੋਲ ਡਿਊ ਟੂ ਦੀਸ ਕੈਮੀਕਲ ਪੋਇਜ਼ਨਸ ਜਾਂ ਬੈਡ ਸਮੈਲ ਆਉਣ ਲੱਗ ਜਾਂਦੀ ਆ, ਉਹਨੂੰ ਕੀ ਕਹਿੰਦੇ ਆ, ਰੈਂਸੀਡਿਟੀ ਮੀਨਸ ਆਕਸੀਡੇਸ਼ਨ ਆਫ ਫੂਡ ਵਿਲ ਟੇਕਸ ਪਲੇਸ। ਤਾਂ ਕਰਕੇ ਅਸੀਂ ਇਹਦੇ ਪੈਕਟ 'ਚ ਕਿਹੜੀ ਨਾਈਟ੍ਰੋਜਨ ਗੈਸ ਭਰਦੇ ਹਾਂ, ਇੱਕ ਇਨਰਟ ਗੈਸ ਹੁੰਦੀ ਆ ਜਿਹੜੀ ਕਿ ਫੈਟਸ ਦੀ ਆਕਸੀਡੇਸ਼ਨ ਹੋਣ ਤੋਂ ਪ੍ਰੀਵੈਂਟ ਕਰਦੀ ਹੈਗੀ ਆ। ਕਰੋਜ਼ਨ ਮੀਨਸ ਰਸਟਿੰਗ, ਜਿਵੇਂ ਕਾਪਰ ਹੈ ਆਕਸੀਜਨ ਨਾਲ ਰਿਐਕਟ ਕਰਕੇ ਇਨਵਾਇਰਮੈਂਟ ਅਸੀਂ ਬਰਤਨ ਲੈ ਕੇ ਆਉਂਦੇ ਹਾਂ ਕਾਪਰ ਦੇ ਤਾਂ ਉਹ ਕੀ ਹੈ, ਬਲੈਕ ਹੋ ਜਾਂਦੇ ਹੈਗੇ। ਸਿਮਿਲਰਲੀ ਸਿਲਵਰ ਦੀ ਪੇਂਟਿੰਗ ਲੈ ਕੇ ਗਹਿਣੇ ਲੈ ਕੇ ਆਏ, ਇਨਵਾਇਰਮੈਂਟਲ ਸਲਫਰ ਦੇ ਨਾਲ ਰਿਐਕਟ ਕਰਕੇ ਸਿਲਵਰ ਸਲਫਾਈਡ ਬਣ ਜਾਏਗਾ, ਉਹ ਵੀ ਬਲੈਕ ਹੋ ਜਾਂਦੇ ਆ। ਨਾਈਟ੍ਰੋਜਨ ਜਿਹੜੀ ਹੈ ਇਨਰਟ ਗੈਸ ਹੋਏਗੀ, ਇਹ ਰੈਂਸੀਡਿਟੀ ਨੂੰ ਪ੍ਰੀਵੈਂਟ ਕਰਦੀ ਹੈਗੀ ਹੈ। ਦੀਸ ਵਾਜ਼ ਦੀ ਕੁਐਸਚਨਸ, ਬਾਰ ਬਾਰ ਉਹੀਓ ਰੈਪੀਟੀਸ਼ਨ ਹੈਗਾ, ਇੱਕ ਵਾਰੀ ਥਿਊਰੀ 'ਚੋਂ ਨੋਟਸ ਬਣਾ ਲਓ। ਠੀਕ ਹੈ, ਕਿਹੜੀ ਕੰਬੀਨੇਸ਼ਨ ਹੈ, ਡੀਕੰਪੋਜੀਸ਼ਨ, ਡਿਸਪਲੇਸਮੈਂਟ, ਡਬਲ ਡਿਸਪਲੇਸਮੈਂਟ, ਪ੍ਰੈਸਿਪੀਟੇਸ਼ਨ, ਹਰ ਇੱਕ ਦੀਆਂ 2-2 3-3 4 ਰਿਡੌਕਸ ਰਿਐਕਸ਼ਨ, ਐਕਸੋਥਰਮਿਕ, ਐਂਡੋਥਰਮਿਕ, ਹੀਟ ਲਾਈਟ ਅਤੇ ਇਲੈਕਟ੍ਰੋਲਾਈਸਿਸ ਨਾਲ ਅਤੇ ਬੈਲੈਂਸ ਕਰਨਾ ਸਿੱਖ ਲਓ ਤਾਂ ਇੱਦਾਂ ਬੜੇ ਈਜ਼ੀਲੀ ਥੋੜ੍ਹੀ ਜਿਹੀ ਮਿਹਨਤ ਦੇ ਨਾਲ ਤੁਹਾਡਾ ਟਾਈਮ ਮਤਲਬ ਪੂਰਾ ਹੋ ਜਾਂਦਾ ਹੈਗਾ। ਥੈਂਕ ਯੂ ਫॉर ਵਾਚਿੰਗ।